ਸੋ ਗੱਲਾਂ ਤਾਂ ਵੈਸੇ ਆਪਾਂ ਕਰਦੇ ਹੀ ਰਹਿੰਦੇ ਹਾਂ, ਸਾਰਾ ਦਿਨ ਹੀ ਰੇਡੀਓ 'ਤੇ ਕਰਦੇ ਰਹਿੰਦੇ ਹਾਂ, ਬਟ ਇਹ ਕੁਛ ਖਾਸ ਹੁੰਦੀਆਂ ਨੇ ਜੀ, ਕਿਉਂਕਿ ਮੇਰੇ ਨਾਲ ਮੇਰੇ ਸਾਥੀ, ਸਾਡੇ ਐਂਟਰਟੇਨਮੈਂਟ ਹੈਡ, ਸਾਡੇ ਡਿਜੀਟਲ ਮੀਡੀਆ ਪਲੇਟਫਾਰਮ 'ਤੇ ਪ੍ਰੋਗਰਾਮ ਚੱਲਦਾ ਕਨੈਕਟ 7, ਉਹਦੇ ਹੋਸਟ ਜੈਸਮਿਨ ਸਿੰਘ ਸ਼ਾਮਿਲ ਹੁੰਦੇ ਨੇ। ਜੈਸਮਿਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜਸਪ੍ਰੀਤ, ਕੀ ਹਾਲ ਚਾਲ? ਮੇਰਾ ਵਧੀਆ ਜੀ, ਤੁਸੀਂ ਸੁਣਾਓ? ਵਧੀਆ। ਰੋਟੀ ਖਾ ਲਈ? ਖਾਣੀ ਹੈ ਜਦੋਂ ਇੱਥੇ ਫਾਰਗ ਹੋਏ ਫਿਰ ਖਾਵਾਂਗੇ। ਅੱਛਾ, ਇਸ ਤੋਂ ਬਾਅਦ ਖਾਣੀ ਹੈ। ਹਾਂਜੀ। ਜਦੋਂ ਛੋਟੇ ਹੁੰਦੇ ਸੀ ਜੈਸਮਿਨ, ਉਦੋਂ ਘਰ 'ਚ ਰੋਟੀ ਕੌਣ ਬਣਾਉਂਦਾ ਹੁੰਦਾ ਸੀ? ਮੰਮਾ। ਮੈਕਸਿਮਮ ਟਾਈਮ ਡੈਡ ਕੁਛ ਬਣਾਉਂਦੇ ਸੀ ਕਿ ਨਹੀਂ? ਬਿਲਕੁਲ ਹੀ ਨਹੀਂ। ਕੁਛ ਵੀ ਨਹੀਂ, ਕਦੇ ਵੀ ਨਹੀਂ ਬਣਾਇਆ? ਕੁਛ ਵੀ ਨਹੀਂ, ਕੁਛ ਨਹੀਂ ਯਾਦ ਹੈ? ਕੁਛ ਨਹੀਂ ਯਾਦ। ਹਾਂ, ਚਾਹ ਯਾਦ ਹੈ। ਚਾਹ ਬਣਾਉਂਦੇ, ਚਾਹ ਸਵਾਦ ਬਣਾਉਂਦੇ ਹੋਣਗੇ, ਬਹੁਤ ਵਧੀਆ। ਬਸ ਇੰਨਾ ਕੀ, that's all I know, that's all I remember also। ਅੱਛਾ, ਦੇਖੋ ਕਿੰਨੀ ਇਹ ਅਜੀਬ ਜੀ ਗੱਲ ਹੈ, ਜਿਹੜਾ ਖਾਣਾ ਆ ਉਹ ਸਾਡੀ ਜ਼ਰੂਰਤ ਹੈ। ਹਾਂ, ਜਿਹੜਾ ਖਾਣਾ ਪਕਾਉਣਾ ਹੈ ਉਹ ਸਾਡੀ ਜ਼ਰੂਰਤ ਨੂੰ ਪੂਰਾ ਕਰਨ ਵਾਲੀ ਇੱਕ ਸਕਿੱਲ ਹੈ। ਪਰ ਇਹ ਜਿਹੜੀ ਕਿਚਨ ਵਰਗੀ ਸਪੇਸ ਹੈ ਜੀ, ਇਹਨੂੰ ਵੀ ਆਪਣੀ ਸੁਸਾਇਟੀ ਨੇ ਜੈਂਡਰ ਨਿਊਟਰਲ ਨਹੀਂ ਰਹਿਣ ਦਿੱਤਾ। ਮੈਂ ਸਮਝ ਗਈ ਤੁਸੀਂ ਕੀ ਕਹਿ ਰਹੇ ਹੋ। ਬਹੁਤ ਇੰਟਰਸਟਿੰਗ। ਇਹਦੇ ਬਾਰੇ ਹੀ ਆਪਾਂ ਅੱਜ ਗੱਲਬਾਤ ਕਰਨੀ ਹੈ ਜੀ। ਮਰਦਾਂ ਦੀ ਗਿਣਤੀ ਵੱਧ ਗਈ ਜਿਹੜੀ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਜਾ ਕੇ ਡੇਲੀ ਬੇਸਿਸ ਤੇ ਕੁਕਿੰਗ ਕਰਦੇ ਆ। ਉਹ ਮਰਦਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਦੇ ਦੌਰਾਨ ਵਧੀ ਹੈ, ਵਿਚ ਇਜ਼ ਅ ਗੁੱਡ ਥਿੰਗ। ਦੈਟ ਮੀਨਸ ਕੁਛ ਕਿਚਨਸ ਜਿਹੜੀਆਂ ਹੈਗੀਆਂ ਨੇ ਦੁਨੀਆ ਦੇ ਹਰ ਹਾਊਸ ਹੋਲਡ ਦੇ ਵਿੱਚ, ਮਤਲਬ ਟੋਟਲ ਜਿੰਨੇ ਹਾਊਸ ਹੋਲਡਸ ਹੈਗੇ ਆ ਉਹਨਾਂ ਦੇ ਵਿੱਚੋਂ ਕੁਛ ਹਾਊਸ ਹੋਲਡਸ ਇਹੋ ਜਿਹੇ ਹੈਗੇ ਆ ਜਿੱਥੇ ਕਿ ਕਿਚਨ ਇਜ਼ ਅ ਜੈਂਡਰ ਨਿਊਟਰਲ ਪਲੇਸ। ਜਿਹੜੀ ਸਟੱਡੀ ਆਈ ਹੈ ਨਾ ਜਸਪ੍ਰੀਤ, ਬੜਾ ਇੰਟਰਸਟਿੰਗ ਜੀ ਗੱਲ ਆ ਵੀ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਐਟ ਚੈਪਲ ਹਿਲ, ਉਹਨਾਂ ਨੇ ਕਿਹਾ ਹੈ ਕਿ ਹੁਣ 29% ਤੋਂ ਲੈ ਕੇ 47% ਇਨਕਰੀਜ਼ ਹੋਇਆ ਬੰਦਿਆਂ ਦਾ ਕਿਚਨ 'ਚ, ਆਪਾਂ ਕਹਿ ਸਕਦੇ ਹਾਂ ਰੋਲ ਜਿਹੜਾ ਆ। ਕਹਿਣ ਦਾ ਮਤਲਬ ਇਹ ਹੈ ਕਿ ਜ਼ਿਆਦਾ ਹੁਣ ਮੈਨ ਕੈਨ ਬੀ ਸੀਨ ਇਨ ਕਿਚਨ ਕੁਕਿੰਗ ਔਨ ਅ ਰੈਗੂਲਰ ਬੇਸਿਸ। ਇਹ ਨਹੀਂ ਕਿ ਕਦੇ ਕਦਾਰ, ਜਿੱਦਾਂ ਮੈਂ ਚਾਹ ਦਾ ਜ਼ਿਕਰ ਕਰਤਾ ਵੀ ਚਾਹ ਬਣਾ ਲਈ ਜਾਂ ਆਂਡੇ ਉਬਾਲਤੇ ਜਾਂ ਮੈਗੀ ਬਣਾ ਲਈ ਜਾਂ ਐਬਸੋਲਿਊਟਲੀ, ਜਾਂ ਕੋਈ ਅਵਨ 'ਚ ਕੋਈ ਚੀਜ਼ ਰੱਖਤੀ ਜਾਂ ਟੋਸਟ ਬਣਾ ਲਿਆ। ਪ੍ਰੋਪਰ ਕੁਕਿੰਗ ਜਿਹੜੀ ਆ, ਜਿਹਨੂੰ ਆਪਾਂ ਪ੍ਰੋਪਰ ਕੁਕਿੰਗ ਕਹਿੰਦੇ ਆ, ਉਹ ਇਨਕਰੀਜ਼ ਹੋ ਗਈ ਹੈ 47%। ਅਤੇ ਇਹ ਜਸਟ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜੈਂਡਰ ਨਿਊਟਰਲ ਸਪੇਸ ਜਿਹੜੀ ਹੈ ਇਹ ਬਣ ਗਈ ਹੈ। ਇਹਨੂੰ ਆਪਾਂ ਨਾ ਫੂਡਿਜ਼ਮ ਵੀ ਕਹਿੰਦੇ ਹਾਂ। ਫੂਡਿਜ਼ਮ, ਜਿੱਦਾਂ ਹਰ ਚੀਜ਼ ਦਾ ਇੱਕ ਇਜ਼ਮ ਕਰਕੇ ਵੀ ਹੈਵ ਅ ਟਰਮ। ਸੋ ਇਹ ਜੈਂਡਰ ਨਿਊਟਰਲ ਸਪੇਸ ਫੂਡਿਜ਼ਮ ਬਣ ਗਿਆ। ਇੱਥੇ ਹੁਣ ਇੱਕ ਔਰਤ ਦਾ ਜਿੰਨਾ ਕੰਟਰੀਬਿਊਸ਼ਨ ਹੁੰਦਾ ਸੀ, ਆਪਾਂ ਦੇਖਦੇ ਸੀ ਬਹੁਤ ਪੁਰਾਣੇ ਸਮੇਂ ਤੋਂ ਵੀ, ਬੰਦਾ ਜਿਹੜਾ ਹੈ ਇਜ਼ ਨੋਨ ਐਜ਼ ਸਮਬਡੀ ਜਿਹੜਾ ਫੂਡ ਅਰਨਰ ਹੈ ਨਾ, ਬ੍ਰੈਡ ਵਿਨਰ ਕਹਿ ਦਿਓ, ਫੂਡ ਅਰਨਰ ਕਹਿ ਦਿਓ, ਮੇਕਰ ਕਹਿ ਦਿਓ। ਔਰਤ ਜਿਹੜੀ ਹੈ ਉਹਨੇ ਘਰ ਰਹਿਣਾ ਆ, ਉਹਦਾ ਹੋਮ ਮੇਕਰ, ਸ਼ੀ ਇਜ਼ ਦ ਹੋਮ ਮੇਕਰ। ਹੁਣ ਜਿਹੜਾ ਰੋਲ ਹੈ ਨਾ, ਇਹਦੇ 'ਚ ਵੀ ਜਸਪ੍ਰੀਤ ਇੰਟਰਸਟਿੰਗ ਗੱਲ ਮੈਂ ਇੱਥੇ ਕਰਦੀ ਹਾਂ ਵੀ ਇਹਨੂੰ ਐਜ਼ ਅ ਮਾਚੋਇਜ਼ਮ ਹੀ ਦੇਖਿਆ ਜਾਂਦਾ ਹੈ। ਇਟਸ ਅ ਵੈਰੀ ਮੈਨਲੀ ਟ੍ਰੇਟ ਟੂ ਪੁੱਟ ਫੂਡ ਔਨ ਦ ਟੇਬਲ। ਜੇ ਤੁਸੀਂ ਕਿਸੇ ਨੂੰ ਰੋਟੀ ਸਰਵ ਕਰਦੇ ਹੋ, ਖਵਾਉਂਦੇ ਹੋ, ਬਣਾਉਂਦੇ ਹੋ, ਉਹਦੇ ਅੰਦਰ ਵੀ ਇੱਕ ਬਹੁਤ ਮੈਨਲੀ ਟ੍ਰੇਟ ਹੈ। ਜੇ ਇਨਕਰੀਜ਼ ਆਪਾਂ ਗੱਲ ਕਰੀਏ 47%, ਇੰਨਾ ਇਜ਼ਾਫਾ ਕਿਵੇਂ ਹੋ ਗਿਆ? ਇਹ ਤਾਂ ਵੀ ਹੈ ਵੀ ਬੰਦਿਆਂ ਦਾ ਰੋਲ ਜਿਹੜਾ ਆ, ਉਹਨਾਂ ਨੇ ਵੀ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਕਿ ਇਹ ਜਿਹੜਾ ਆ ਚੀਜ਼ ਮੈਨੂੰ ਸੈਂਸ ਆਫ ਅਚੀਵਮੈਂਟ ਐਂਡ ਪਾਵਰ ਦਿੰਦੀ ਆ, ਤਾਂ ਕਰਕੇ ਰੋਲ ਵਧਿਆ ਆ। ਬਾਕੀ ਆਫਕੋਰਸ ਬਹੁਤ ਸਾਰੀਆਂ ਹੋਰ ਕਾਰਨ ਹੈਗੇ ਆ। ਬਹੁਤ ਸਾਰੇ ਕਾਰਨ ਦੇ ਵਿੱਚੋਂ ਨਾ ਇੱਕ ਬਹੁਤ ਵੱਡਾ ਕਾਰਨ ਜੈਸਮਿਨ ਇਹ ਹੈਗਾ ਕਿ 1980 1990 ਦੇ ਦਹਾਕੇ, ਇਹ ਉਹ ਟਾਈਮ ਸੀਗਾ ਜਦੋਂ ਕਿ ਸੁਸਾਇਟੀ ਦੇ ਵਿੱਚ ਸੁਸਾਇਟੀ ਰੀਡਿਫਾਈਨ ਹੋ ਰਹੀ ਸੀ ਇੱਕ ਕਿਸਮ ਨਾਲ। ਉਹ ਰੀਡਿਫਾਈਨਮੈਂਟ ਦੇ ਵਿੱਚ ਕੀ ਹੋ ਰਿਹਾ ਸੀਗਾ, ਔਰਤਾਂ ਦੀ ਵਰਕ ਫੋਰਸ ਦੇ ਵਿੱਚ ਗਿਣਤੀ ਵੱਧ ਰਹੀ ਸੀ। ਜਦੋਂ ਔਰਤਾਂ ਵਰਕ ਫੋਰਸ ਦੇ ਵਿੱਚ ਜ਼ਿਆਦਾ ਜਾ ਰਹੀਆਂ ਨੇ, ਓਬਵੀਅਸਲੀ ਜਿਹੜਾ ਟਾਈਮ ਉਹ ਇਕੱਲਾ ਘਰ ਦੇ ਵਿੱਚ ਸਪੈਂਡ ਕਰਦੀਆਂ ਸੀ, ਉਹ ਟਾਈਮ ਹੁਣ ਉਹਨਾਂ ਦਾ ਡਿਵਾਈਡ ਹੋ ਗਿਆ। ਪਹਿਲਾਂ ਸਟਾਰਟਿੰਗ ਦੇ ਵਿੱਚ ਕੀ ਹੋਇਆ, ਜਦੋਂ ਔਰਤਾਂ ਵਰਕ ਫੋਰਸ ਦੇ ਵਿੱਚ ਐਂਟਰ ਹੋਣ ਲੱਗੀਆਂ, ਖਾਸ ਕਰਕੇ ਜੇ US ਦੀ ਗੱਲ ਕਰੀਏ ਤਾਂ US ਦੇ ਵਿੱਚ ਕੀ ਹੋਇਆ, ਜਿਹੜੇ ਯੰਗ ਕਪਲ ਸੀਗੇ ਉਹਨਾਂ ਨੇ ਮੋਰ ਈਟਿੰਗ ਆਊਟ ਸ਼ੁਰੂ ਕਰਤਾ, ਜਿਹਦੇ ਨਾਲ ਜਿਹੜੀ ਫਾਸਟ ਫੂਡ ਚੇਨਸ ਆ ਉਹਨਾਂ ਦੀ ਗਿਣਤੀ ਵਧਣ ਲੱਗ ਗਈ। ਵੈਨ ਦੇ ਗ੍ਰਿਊ, ਜਦੋਂ ਉਹਨਾਂ ਦੀਆਂ ਫੈਮਲੀਜ਼ ਫਿਰ ਗਰੋ ਕਰਨ ਲੱਗ ਗਈਆਂ, ਫਿਰ ਉਹ ਕਪਲ ਤੋਂ ਫੈਮਲੀ ਬਣ ਗਈ, ਉਹਨਾਂ ਦੇ ਬੱਚੇ ਹੋ ਗਏ, ਉਹਨਾਂ ਦੇ ਅੱਗੇ ਹੋਰ ਫੈਮਲੀ ਵੱਧ ਗਈ। ਫਿਰ ਕੀ ਹੋਇਆ, ਫਿਰ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਫਾਸਟ ਫੂਡ 'ਤੇ ਡਿਪੈਂਡ ਤਾਂ ਕੀਤਾ ਨਹੀਂ ਜਾ ਸਕਦਾ, ਫਾਈਨੈਂਸ਼ੀਅਲੀ ਵੀ ਡਿਪੈਂਡ ਨਹੀਂ ਕੀਤਾ ਜਾ ਸਕਦਾ, ਹੈਲਥ ਵੀ ਇੱਕ ਰੀਜ਼ਨ ਬਣ ਗਿਆ, ਇਹਦੇ ਕਾਰਨ ਵੀ ਅਸੀਂ ਡਿਪੈਂਡ ਨਹੀਂ ਕਰ ਸਕਦੇ ਹੈਗੇ। ਸੋ ਫਿਰ ਕੀ ਹੋਇਆ, ਫਿਰ ਡਿਸਾਈਡ ਹੋਇਆ ਕਿ ਓਕੇ ਘਰੇ ਜ਼ਿਆਦਾ ਖਾਣਾ ਬਣਾਇਆ ਜਾਵੇ। ਬਟ ਦੈਨ women are short on time, ਉਹਨਾਂ ਕੋਲ ਹੁਣ ਟਾਈਮ ਹੈ ਨਹੀਂ, ਫਿਰ ਘਰੇ ਖਾਣਾ ਕੌਣ ਬਣਾਵੇ? ਜਿਹੜਾ ਅਵੇਲੇਬਲ ਹੈ ਉਹੀ ਬਣਾ ਲਵੇ। ਜੇ ਔਰਤ ਅਵੇਲੇਬਲ ਆ ਤਾਂ ਔਰਤ ਬਣਾ ਲਵੇ, ਜੇ ਮਰਦ ਅਵੇਲੇਬਲ ਆ ਤਾਂ ਮਰਦ ਬਣਾ ਲਵੇ। ਇਹ ਦਿਸ ਇਜ਼ ਹਾਊ men's participation in kitchen increased।
Yeah. ਡੇਲੀ ਬੇਸਿਸ ਦੇ ਵਿੱਚ ਜਿਹੜੀ ਮਰਦਾਂ ਦੀ ਪਾਰਟਿਸਿਪੇਸ਼ਨ ਸੀਗੀ ਕਿਚਨ ਦੇ ਵਿੱਚ ਉਹ ਵਧੀ ਆ ਬਿਲਕੁਲ ਐਂਡ ਐਜ਼ ਵੀ ਆਰ ਟਾਕਿੰਗ ਇਟਸ ਅ ਜੈਂਡਰ ਨਿਊਟਰਲ ਪਲੇਸ ਐਬਸੋਲੂਟਲੀ ਜਿੱਦਾਂ ਤੁਸੀਂ ਕਿਹਾ ਕਿ ਜਸਪੀ ਸਹੀ ਇਹ ਗੱਲ ਬਿਲਕੁਲ ਸਹੀ ਹੈ ਵੀ ਘਰੇ ਰਹਿਣਾ ਉਸ ਟਾਈਮ ਤੇ ਫਾਸਟ ਫੂਡ ਦਾ ਜਿਹੜਾ ਸੀਗਾ ਉਹ ਕਲਚਰ ਬਹੁਤ ਵੱਧ ਗਿਆ ਐਂਡ ਆਲਸੋ ਦੇ ਆਰ ਰਿਅਲਾਈਜ਼ਡ ਵੀ ਬਾਹਰ ਖਾਣਾ ਇਟਸ ਅ ਵੈਰੀ ਐਕਸਪੈਂਸਿਵ ਪ੍ਰੋਸੈਸ ਹੈ ਨਾ ਵੀ ਤੁਸੀਂ ਹੁਣ ਪੂਰੀ ਫੈਮਿਲੀ ਬਾਹਰ ਜਾਂਦੇ ਹੋ ਖਾਂਦੇ ਹੋ ਹੌਲੀ ਹੌਲੀ ਸ਼ੁਰੂ ਕਰਤਾ ਵੀ ਬੰਦਾ ਵੀ ਘਰੇ ਬਣਾਵੇ ਐਂਡ ਦੈਨ ਆਫ ਕੋਰਸ ਇੱਥੇ ਇਹ ਵੀ ਆਇਆ ਕਿ ਔਰਤ ਨੇ ਵੂਮਨ ਸਟਾਰਟਡ ਸੇਇੰਗ ਕਿ ਸਾਨੂੰ ਥੋੜਾ ਈਜ਼ੀ ਰਿਲੈਕਸ ਟਾਈਮ ਦੇ ਦਿਓ ਪਹਿਲਾਂ ਕੀ ਹੁੰਦਾ ਸੀ ਸੈਟਰਡੇ ਸੰਡੇ ਕੁਕਿੰਗ ਹੁੰਦੀ ਸੀ ਵੀ ਤੁਸੀਂ ਇੱਕ ਕੰਮ ਕਰੋ ਸ਼ਨੀਵਾਰ ਐਤਵਾਰ ਤੁਹਾਡਾ ਆ ਤੁਸੀਂ ਕੁਛ ਵੀ ਬਣਾ ਲਓ ਰਾਈਟ ਹੌਲੀ ਹੌਲੀ ਰਿਅਲਾਈਜ਼ ਇਹ ਹੋਇਆ ਕਿ ਸਿਰਫ ਸ਼ਨੀਵਾਰ ਐਤਵਾਰ ਹੀ ਨਹੀਂ ਇਟਸ ਬੈਟਰ ਇਫ ਯੂ ਡਿਵਾਈਡ ਦ ਵਰਕ ਸ਼ਿਫਟਾਂ ਹੋਣ ਲੱਗ ਗਈਆਂ ਯੂ ਨੋ ਦ ਪੀਪਲ ਸਟਾਰਟਡ ਵਰਕਿੰਗ ਇਨ ਸ਼ਿਫਟਸ ਜੇ ਔਰਤ ਦੀ ਸਵੇਰ ਦੀ ਸ਼ਿਫਟ ਹੈ ਬੰਦੇ ਦੀ ਸ਼ਾਮ ਦੀ ਹੈਗੀ ਹੈ ਦੇ ਸਟਾਰਟਡ ਵਰਕਿੰਗ ਅਕੋਰਡਿੰਗ ਟੂ ਦੈਟ ਹੋਇਆ ਤੇ ਸਹੂਲਤ ਲਈ ਸੀ ਕਿ ਘਰ ਦੀ ਰਨਿੰਗ ਜਿਹੜੀ ਹੈ ਵਧੀਆ ਹੋ ਸਕੇ ਔਰਤ ਨੂੰ ਹੈਲਪ ਹੋ ਸਕੇ ਇਹ ਸਾਰਾ ਕੁਝ ਪਰ ਇਹ ਵੱਧਦੇ ਇੰਨੀ ਸਟਰੋਂਗ ਇੰਨੀ ਕਮਰਸ਼ੀਅਲ ਇੰਡਸਟਰੀ ਬਣ ਗਈ ਜਸਪ੍ਰੀਤ ਹੁਣ ਤੁਸੀਂ ਦੇਖੋ ਵੀ ਮਿਸ਼ਲਨ ਸ਼ੈਫਸ ਜਿਹੜੇ ਹੈਗੇ ਆ ਜਾਂ ਰਿਐਲਿਟੀ ਸ਼ੋਜ਼ ਜਿਹੜੇ ਆ ਉਹਦੇ 'ਚ ਯੂ ਸੀ ਮੈਨ ਆਰ ਪਾਰਟਿਸਿਪੇਟਿੰਗ ਵੇ ਮੋਰ ਦੈਨ ਵੂਮਨ ਉਹਨਾਂ ਦੇ ਜੱਜਸ ਜਿਹੜੇ ਆ ਯੂ ਵਿਲ ਫਾਈਂਡ ਮੈਨ ਜੇ ਮੈਂ ਤੁਹਾਨੂੰ ਪਹਿਲੇ 2 ਨਾਂ ਪੁੱਛਾਂ ਵੀ ਇੰਡੀਆ 'ਚ ਮੈਨੂੰ ਦੱਸੋ ਕਿਹੜੇ ਸ਼ੈਫ ਹੈ ਤੁਹਾਨੂੰ ਪਹਿਲੀ ਗੱਲ ਵਿਕਾਸ ਖੰਨਾ ਹੋਣਾ ਤੁਹਾਡੇ ਦਿਮਾਗ 'ਚ ਹੈ ਨਾ ਜਾਂ ਸੰਜੀਵ ਕਪੂਰ ਆ ਜਾਏਗਾ ਇੱਥੇ ਤੁਸੀਂ ਪੁੱਛੋਗੇ ਤੁਸੀਂ ਕਹੋਗੇ ਗਾਰਡਨ ਰੈਮਸੇ ਔਰਤ ਦਾ ਨਾਮ ਬਾਅਦ 'ਚ ਆਉਂਦਾ ਵਿਚ ਇਜ਼ ਸੱਚ ਅ ਇੰਟਰਸਟਿੰਗ ਥਿੰਗ ਆਲਸੋ ਜਿਹੜੀ ਸਾਰਾ ਟਾਈਮ ਹੀ ਰਸੋਈ 'ਚ ਰਹੀ ਆ ਪਰ ਵੈਨ ਇਟ ਕਮਸ ਟੂ ਦ ਕਮਰਸ਼ੀਅਲ ਡਿਸਪਲੇ ਆਫ ਕਿਚਨ ਸਕਿੱਲਸ culinary skills ਉਹਦੇ ਚ ਬੰਦੇ ਜ਼ਿਆਦਾ ਆ ਬਿਲਕੁਲ ਟਾਕਿੰਗ ਅਬਾਊਟ ਸੈਲੀਬ੍ਰਿਟੀ ਸ਼ੈਫਸ ਜੈਸਮਿਨ ਰਣਵੀਰ ਬਰਾੜ ਵੀ ਨੋ ਹਿਮ ਮਾਸਟਰ ਸ਼ੈਫ ਦੇ ਜੱਜ ਵੀ ਹੈਗੇ ਨੇ ਵਨ ਆਫ ਦੀ ਜੱਜਸ ਹੈਗੇ ਨੇ ਰਣਵੀਰ ਬਰਾੜ ਨੇ ਨਾ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਕੁਝ ਸਾਲ ਪਹਿਲਾਂ ਉਹਦਾ ਨਾਮ ਸੀਗਾ ਰੇਜ਼ਿੰਗ ਬॉयਜ਼ ਕੈਂਪੇਨ ਜੀ #ਰੇਜ਼ਿੰਗ ਬॉयਜ਼ ਕੈਂਪੇਨ ਉਹਨਾਂ ਦਾ ਇੱਕ ਬੇਟਾ ਵਾ ਹਾਂ ਉਹ ਕਹਿੰਦੇ ਵੀ ਮੈਂ ਆਪਣੇ ਬੱਚੇ ਨੂੰ ਇਸ ਕਿਸਮ ਨਾਲ ਰੇਜ਼ ਕਰਨਾ ਚਾਹੁੰਦਾ ਕਿ ਮੈਂ ਜਿੰਨੇ ਵੀ ਬਾਇਸਸ ਨੇ ਜਿੰਨੇ ਵੀ ਸਟੀਰੀਓਟਾਈਪਸ ਆ ਉਹਨੂੰ ਖਤਮ ਕਰਨਾ ਚਾਹੁੰਦਾ ਐਬਸੋਲੂਟਲੀ ਆਈ ਵਾਂਟ ਟੂ ਬ੍ਰੇਕ ਦੋਸ ਸਟੀਰੀਓਟਾਈਪਸ ਜਿਹੜਾ ਇੱਕ ਆਪਣਾ ਖਾਸ ਕਰਕੇ ਆਪਣੀ ਕਮਿਊਨਿਟੀ ਦੀ ਜੇ ਆਪਾਂ ਗੱਲ ਕਰੀਏ ਖਾਸ ਕਰਕੇ ਇੰਡੀਆ ਪਾਕਿਸਤਾਨ ਦੀ ਜੇ ਆਪਾਂ ਗੱਲ ਕਰੀਏ ਉੱਥੇ ਆਪਣੇ ਇਹ ਇੱਕ ਸਟੀਰੀਓਟਾਈਪ ਹੈਗਾ ਕਿ ਜਿਹੜੀ ਕਿਚਨ ਹੈ ਨਾ ਉਹ ਔਰਤ ਦੀ ਹੋਈ ਥਾਂ ਹੈ ਉੱਥੇ ਮਰਦ ਨਹੀਂ ਐਂਟਰ ਕਰ ਸਕਦੇ ਜਾਂ ਉਹ ਮਰਦ ਜਾ ਕੇ ਉੱਥੇ ਕੰਮ ਨਹੀਂ ਕਰ ਸਕਦੇ ਹੈਗੇ ਹੈ ਨਾ ਉਹ ਕਹਿੰਦੇ ਵੀ ਮੈਂ ਇਸ ਸਟੀਰੀਓਟਾਈਪ ਨੂੰ ਬ੍ਰੇਕ ਕਰਨਾ ਚਾਹੁੰਦਾ ਉਹ ਆਪ ਸ਼ੈਫ ਨੇ ਉਹ ਕਹਿੰਦੇ ਕਿ ਮੈਂ ਇੱਕ ਇਹੋ ਜਿਹੇ ਪ੍ਰੋਫੈਸ਼ਨ ਦੇ ਵਿੱਚ ਆਇਆ ਜਿੱਥੇ ਕਿ ਮੇਰੇ ਪੇਰੈਂਟਸ ਜਾਂ ਮੇਰੀ ਫੈਮਿਲੀ ਇਹ ਐਕਸਪੈਕਟ ਨਹੀਂ ਸੀ ਕਰ ਸਕਦੀ ਕਿ ਸਾਡਾ ਬੇਟਾ ਕੁਕਿੰਗ ਕਰੂਗਾ ਸ਼ੈਫ ਬਣੂਗਾ ਐਬਸੋਲੂਟਲੀ ਉਹਨਾਂ ਨੇ ਆਪ ਸਟੀਰੀਓਟਾਈਪ ਬ੍ਰੇਕ ਕੀਤਾ ਇਸੇ ਕਰਕੇ ਉਹਨਾਂ ਨੇ ਇਹ ਕੈਂਪੇਨ ਵੀ ਸ਼ੁਰੂ ਕੀਤੀ ਹੈਗੀ ਬਹੁਤ ਸਹੀ ਗੱਲ ਤੁਸੀਂ ਮੈਂਸ਼ਨ ਕੀਤੀ ਰਣਵੀਰ ਬਰਾੜ ਦੀ ਜਿਨ੍ਹਾਂ ਨੇ ਆਈ ਥਿੰਕ ਬਹੁਤ ਸਾਡੇ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਇੰਸਟਾਗ੍ਰਾਮ 'ਤੇ ਦੇਖਦੇ ਆ ਜਾਂ ਫੋਲੋ ਕਰਦੇ ਆ ਰਣਵੀਰ ਬਰਾੜ ਨੇ ਬਹੁਤ ਸਾਰੇ ਸਟੀਰੀਓਟਾਈਪਸ ਬ੍ਰੇਕ ਕੀਤੇ ਨਾਟ ਓਨਲੀ ਜਸਪ੍ਰੀਤ ਸਿਰਫ ਇਹ ਪ੍ਰੋਸੈਸ 'ਚ ਕਿ ਬੰਦੇ ਕੁੱਕ ਕਰ ਸਕਦੇ ਆ ਉਹਨਾਂ ਨੇ ਜਿਹੜੀ ਕੁਕਿੰਗ ਦਾ ਪ੍ਰੋਸੈਸ ਹੈ ਨਾ ਉਹਨੂੰ ਇੰਟਰਸਟਿੰਗ ਬਣਾਇਆ ਹੈ ਉਹਨੂੰ ਈਜ਼ੀ ਬਣਾਇਆ ਫॉर ਐਵਰੀਬਡੀ ਅਰਾਊਂਡ ਹੈ ਨਾ ਅੱਛਾ ਤੁਸੀਂ ਦੇਖੋਗੇ ਕਈ ਇਹਨਾਂ ਦੀ ਵੀਡੀਓਜ਼ 'ਚ ਇਹਨਾਂ ਦਾ ਬੇਟਾ ਵੀ ਹੁੰਦਾ ਹੈ ਰਾਈਟ ਹੀ ਇਜ਼ ਆਲਵੇਜ਼ ਦੇਅਰ ਮੋਸਟ ਆਫ ਦ ਟਾਈਮਸ ਕਈ ਵਾਰ ਉਹਨੂੰ ਵੀ ਥੋੜਾ ਬਹੁਤਾ ਯੂ نو ਇਨਵੋਲਵ ਕਰਦੇ ਨੇ ਬਟ ਦ ਵੇ he makes it doesn't look like ਕਿ ਇਹ ਔਰਤ ਦਾ ਕੰਮ ਹੈ it looks like this is something a man can do and ਇਟਸ ਆਲਸੋ ਅ ਪ੍ਰੋਫੈਸ਼ਨਲ ਆਊਟਲੁੱਕ ਹੈ ਨਾ ਉਹਨੂੰ ਉਹ ਵੀ ਦਿੱਤਾ ਹੈ ਕਿ ਤੁਸੀਂ ਪ੍ਰੋਫੈਸ਼ਨ ਵੀ ਇਹਨੂੰ ਚੂਜ਼ ਕਰ ਸਕਦੇ ਹੋ ਐਜ਼ ਅ ਹੌਬੀ ਚੂਜ਼ ਕਰ ਸਕਦੇ ਹੋ ਐਂਡ ਇਟ ਇਜ਼ ਨਾਟ ਅ ਕੰਪਲਸਿਵ ਥਿੰਗ ਵੀ ਚਲੋ ਜੀ ਤੁਹਾਡੇ ਕੋਲੇ ਟਾਈਮ ਨਹੀਂ ਹੈਗਾ ਤੁਸੀਂ ਬਣਾਉਣਾ ਹੀ ਹੀ ਹੈਜ਼ ਮੇਡ ਰਣਵੀਰ ਬਰਾੜ ਹੈਜ਼ ਮੇਡ ਕੁਕਿੰਗ ਲੁੱਕ ਐਲੀਗੈਂਟ ਐਂਡ ਐਟ ਦ ਸੇਮ ਟਾਈਮ ਕਮਰਸ਼ੀਅਲ ਐਟ ਦ ਸੇਮ ਟਾਈਮ ਵਾਇਬਲ ਕਰ ਸਕਦੇ ਹੋ ਐਂਡ ਆਈ ਥਿੰਕ ਹੈਡਸ ਆਫ ਟੂ ਪੀਪਲ ਲਾਈਕ ਦੈਮ ਜਿਨ੍ਹਾਂ ਨੇ ਇਸ ਚੀਜ਼ ਨੂੰ ਪ੍ਰਮੋਟ ਕੀਤਾ ਐਂਡ ਆਈ ਥਿੰਕ ਇਹਨਾਂ ਦੇ ਕਰਕੇ ਵੀ ਹੁਣ ਤੁਸੀਂ ਕੰਪੀਟੀਸ਼ਨ ਜਦੋਂ ਇਹ ਹੁਣ ਵਿਕਾਸ ਖੰਨਾ ਰਣਵੀਰ ਬਰਾੜ ਹੈਗੇ ਆ ਇਨ ਵਨ ਆਫ ਦ ਸ਼ੋਜ਼ ਆਈ ਵਾਸ ਸੀਇੰਗ ਆਈ ਸੀ ਸੋ ਮੈਨੀ ਮੈਨ ਪਾਰਟਿਸਿਪੇਟਿੰਗ ਜਸਪ੍ਰੀਤ ਤੇ ਮੈਂ ਜਦੋਂ ਦੇਖਦੀ ਆ ਨਾ ਵੀ ਉਹਨਾਂ ਦੇ ਸਕਿੱਲਸ ਕਿੰਨੇ ਵਧੀਆ ਨੇ ਐਂਡ ਦੇ ਡੋਂਟ ਲੁੱਕ ਐਟ ਇਟ ਐਜ਼ ਅ ਔਰਤ ਦੀ ਟੈਰੀਟਰੀ ਹੈ ਨਾ ਉਸ ਚੀਜ਼ ਨਹੀਂ ਹੈ ਇਹ ਜਿਹੜੀ ਜੈਂਡਰ ਨਿਊਟਰਲ ਰਸੋਈ ਦਾ ਹੋਣਾ ਜਦਕਿ ਇੱਕ ਟਾਈਮ ਤੇ ਇਦਾਂ ਸੀ ਵੀ ਜੇ ਤੁਹਾਡਾ ਰਸੋਈ ਤੇ ਕਬਜ਼ਾ ਆਇਆ ਨਾ ਤੁਹਾਡਾ ਘਰ ਤੇ ਕਬਜ਼ਾ ਹੈ ਨਾ ਮਤਲਬ ਡਾਟਰ ਇਨ ਲਾਜ਼ ਵੁੱਡ ਆਫਟਨ ਬੀ ਟੋਲਡ ਕਿ ਜੇ ਤੁਸੀਂ ਕਿਚਨ ਸਾਂਭ ਲਈ ਨਾ ਤੇ ਤੁਸੀਂ ਘਰ ਸਾਂਭ ਲਿਆ ਪਰ ਹੁਣ ਇਟ ਇਜ਼ ਅ ਪਲੇਸ ਵੇਅਰ ਬੋਥ ਮੈਨ ਐਂਡ ਵੂਮਨ ਡਿਵਾਈਡ ਡਿਊਟੀਜ਼ ਯੂ ਨੋ ਐਂਡ ਹੁਣ ਤੁਸੀਂ ਦੇਖੋਗੇ ਬੰਦਿਆਂ ਦਾ ਰੁਝਾਨ ਕਿੰਨਾ ਵੱਧ ਗਿਆ ਹੈ YouTube ਤੋਂ ਦੇਖ ਕੇ ਨਵੇਂ ਪਕਵਾਨ ਬਣਾਉਂਦੇ ਹੋਣੇ ਯੂ ਨੋ ਬਿਕਾਜ਼ ਇਟਸ ਅ ਉਹੀ ਗੱਲ ਆ ਜਾਂਦੀ ਹੈ ਨਾ ਵਾਈ ਜੈਂਡਰ ਨਿਊਟਰਲ ਬਿਕਾਜ਼ ਇਟ ਇਜ਼ ਅ ਪਲੇਸ ਦੈਟ ਇਜ਼ ਫੁਲਫਿਲਿੰਗ ਯੋਰ ਨੀਡਸ ਆਪਣੇ ਸਰੀ ਪੁਲਿਸ ਸਰਵਿਸ ਦੇ ਸਾਜੈਂਟ ਨੇ ਜੈਕ ਖੋਸਾ ਐਗਜ਼ੈਕਟਲੀ ਮੇਰੇ ਦਿਮਾਗ 'ਚ ਇਹੀ ਆਉਂਦਾ ਸੀ ਵੀ ਆਈ ਸੀ देयर ਇੰਸਟਾਗ੍ਰਾਮ ਪੋਸਟ
with his son making food. So Jack Khosa has 2 boys. ਉਹਨਾਂ ਦੇ 2 ਬੇਟੇ ਨੇ, if I'm not mistaken. I met them recently. ਉਹਨਾਂ ਦੀ ਪੂਰੀ ਫੈਮਿਲੀ ਨੂੰ ਮੈਂ ਮਿਲੀ ਸੀਗੀ. If I'm not mistaken, one is 14, 15. The other one is 11, 12, right? So ਇਹ ਜਿਹੜੇ 2 ਬੇਟੇ ਨੇ, ਜੈਕ ਖੋਸਾ ਬਹੁਤ ਉਹਨਾਂ ਦੀਆਂ, ਸਾਜਨ ਜੈਕ ਖੋਸਾ ਬੜੀਆਂ ਉਹਨਾਂ ਦੀਆਂ ਵੀਡੀਓਜ਼ ਪਾਉਂਦੇ ਰਹਿੰਦੇ ਆ ਜਿਹਦੇ ਵਿੱਚ ਜਿਹੜੇ ਉਹ ਬੇਟੇ ਆ ਉਹ ਕੁਕਿੰਗ ਕਰਦੇ ਦਿਖ ਸਕਦੇ. Absolutely, I see that. That's amazing. And you know, Jasprit, ਇਹਨਾਂ ਦੀ ਮੈਂ, since you've mentioned Instagram ਤੇ ਤੁਸੀਂ stories ਤੇ generally ਨਜ਼ਰ ਪੈ ਜਾਂਦੀ ਆ, and it's not just ਉੱਦਾਂ ਹੀ cooking, you know, it's like nicely cooking in a very professional way, in a very elegant way. ਉਹ ਬਣਾਉਂਦੇ ਨੇ, ਉਹ share ਕਰਦੇ ਨੇ, and ਵਧੀਆ ਇਹ ਲੱਗਦਾ ਹੈ ਦੇਖ ਕੇ ਕਿ ਦੇਖੋ ਇੱਕ being a man himself and in a profession ਜਿਹਦਾ ਲੈਣਾ ਦੇਣਾ ਬਹੁਤ ਦੂਰ ਦੂਰ ਤੱਕ ਅਸੀਂ ਜੋ ਗੱਲ ਕਰ ਰਹੇ ਉਹਦੇ ਨਾਲ ਨਹੀਂ ਹੈਗਾ, is inculcating that quality in his sons. Absolutely. You know, ਉਹ ਚੀਜ਼ ਆਪਣੇ ਮੁੰਡਿਆਂ 'ਚ ਲੈ ਕੇ ਆ ਰਹੇ ਹੈ. ਨਹੀਂ ਤਾਂ ਜੇ ਤੁਸੀਂ ਇੱਕ ਪੁਲਿਸ ਸਰਵਿਸ ਵਾਲੇ ਬੰਦੇ ਨੂੰ ਦੇਖੋ ਤੇ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਵੱਲ ਵੀ ਪ੍ਰਿਪੇਅਰ ਕਰੇ, ਯੂ ਨੋ ਵਾਟ, ਯੂ ਸ਼ੁੱਡ ਨੋ ਐਟਲੀਸਟ ਹਾਊ ਟੂ ਕੁਕ, ਡੀਸੈਂਟ ਕੁਕਿੰਗ. ਕਿਉਂਕਿ ਉਹੀ ਗੱਲ ਆ ਜਾਂਦੀ ਹੈ ਨਾ, ਬੇਸਿਕ ਲਾਈਫ ਸਕਿੱਲ ਹੈ. ਮੁੜ ਕੁੜ ਕੇ ਆਪਾਂ ਉੱਥੇ ਆ ਜਾਂਦੇ ਹਾਂ, ਬੇਸਿਕ ਲਾਈਫ ਸਕਿੱਲ ਹੈ. ਸਟੱਡੀ ਆਈ, ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੀ ਸਟੱਡੀ ਹੈ, 2012 ਦੇ ਵਿੱਚ ਆਈ ਸੀ ਇਹ. ਉਹਨਾਂ ਨੇ ਦੇਖਿਆ 1965 ਤੋਂ ਲੈ ਕੇ 2008 ਦੇ ਦਰਮਿਆਨ ਘਰਾਂ ਦੇ ਵਿੱਚ ਖਾਣਾ ਕੌਣ ਪਕਾਉਂਦਾ ਤੇ ਘਰਾਂ ਦੇ ਵਿੱਚ ਜਿਹੜਾ ਖਾਣਾ ਖਾਧਾ ਜਾਂਦਾ ਉਹਦੀ ਕੰਜ਼ੰਪਸ਼ਨ ਕਿਸ ਕਿਸਮ ਦੀ ਹੁੰਦੀ ਹੈ. ਉਸ ਪੀਰੀਅਡ ਦੇ ਦੌਰਾਨ ਜਿਹੜੇ ਰਿਸਰਚਰਸ ਨੇ ਰਿਸਰਚ ਕੀਤੀ, ਉਹਨਾਂ ਨੇ ਦੇਖਿਆ ਕਿ ਜਿਹੜੇ ਮਰਦ ਕੁਕਿੰਗ ਕਰਦੇ ਆ 1965 ਦੇ ਵਿੱਚ ਜੇ ਉਹਨਾਂ ਦੀ ਗਿਣਤੀ 29% ਸੀ ਤਾਂ 2008 ਦੇ ਵਿੱਚ ਜਾ ਕੇ ਉਹਨਾਂ ਦੀ ਗਿਣਤੀ ਵੱਧ ਕੇ 42% ਹੋ ਗਈ. 29% to 42% ਜਿਹੜੀ ਉਹ ਗਿਣਤੀ ਸੀਗੀ ਉਹ ਵੱਧ ਗਈ. ਜਿਹੜੇ ਮਰਦ ਕੁਕਿੰਗ ਕਰਦੇ ਹੋਏ ਪਹਿਲਾਂ 37 ਤੋਂ 45 ਮਿੰਟ ਪਰ ਡੇ ਕੁਕਿੰਗ ਕਰਦੇ ਸੀ, ਕਿਚਨ ਦੇ ਵਿੱਚ ਟਾਈਮ ਸਪੈਂਡ ਕਰਦੇ ਸੀ, ਉਹਨਾਂ ਦਾ ਟਾਈਮ ਵੱਧ ਗਿਆ ਘਰ ਦੇ ਵਿੱਚ ਕਿਚਨ ਦੇ ਵਿੱਚ ਖਾਣਾ ਪਕਾਉਣ ਦਾ. ਔਰਤਾਂ ਦਾ ਟਾਈਮ ਜਿਹੜਾ ਸੀਗਾ ਉਹ ਘੱਟ ਗਿਆ. ਔਰਤਾਂ ਜਿਹੜੀਆਂ ਸੀਗੀਆਂ ਉਹ 113 ਮਿੰਟ ਪਹਿਲਾਂ ਸਪੈਂਡ ਕਰਦੀਆਂ ਸੀ ਪਰ ਡੇ ਕੁਕਿੰਗ ਕਰਦੇ ਹੋਏ, ਉਹ ਘੱਟ ਗਿਆ, ਉਹ 66 ਮਿੰਟਾਂ ਤੇ ਰਹਿ ਗਿਆ. ਸੋ ਬੇਸਡ ਔਨ ਦੈਟ ਸਟੱਡੀ ਆਪਾਂ ਗੱਲਬਾਤ ਕਰ ਰਹੇ ਹਾਂ. ਗ੍ਰੇਟ ਬ੍ਰਿਟਨ ਦੇ ਵਿੱਚ ਜੈਸਮਿਨ ਇੱਕ ਸਰਵੇ ਹੋਇਆ, ਉੱਥੇ ਪਤਾ ਲੱਗਿਆ ਕਿ ਜਿਹੜੇ ਮਰਦ ਨੇ ਹਰ 5 ਵਿੱਚੋਂ ਇੱਕ ਮਰਦ ਦਾ ਕਹਿਣਾ ਸੀਗਾ ਕਿ ਮੈਂ ਹਰ ਰੋਜ਼ ਘਰ ਦੇ ਵਿੱਚ ਕੁਕਿੰਗ ਕਰਦਾ. ਸੋ ਇਟਸ ਅ ਗੁੱਡ ਥਿੰਗ ਕਿ ਇਹ ਟ੍ਰੈਂਡ ਵੱਧ ਰਿਹਾ ਵਾ, ਬਟ ਹਲੇ ਵੀ ਆਪਾਂ ਉੱਥੇ ਨਹੀਂ ਪਹੁੰਚੇ ਜਿੱਥੇ ਇਹਨੂੰ 50-50 ਕਿਹਾ ਜਾ ਸਕੇ. ਹਜੇ ਤਾਂ ਜਸਪ੍ਰੀਤ ਸਿਰਫ ਜੇ ਟ੍ਰੈਂਡ ਵੱਲ ਦੇਖੀਏ ਨਾ, ਜ਼ਿਆਦਾ ਤੁਸੀਂ, ਮੈਂ ਕਿਉਂਕਿ ਜ਼ਿਕਰ ਕੀਤਾ ਸੀ ਰਿਐਲਿਟੀ, ਫੂਡ ਰਿਐਲਿਟੀ ਸ਼ੋਜ਼ ਬਹੁਤ ਪੋਪੂਲਰ ਹੋ ਗਏ ਨੇ, ਕਾਮਨ ਵੀ ਹੋ ਗਏ ਨੇ. ਉਹ ਪਤਾ ਕਿਉਂ ਉੱਥੇ ਮੈਂ ਦੇਖ ਰਹੀ ਸੀ, ਪੜ੍ਹ ਰਹੀ ਸੀਗੀ ਕਿ ਉੱਥੇ ਬੰਦੇ ਜ਼ਿਆਦਾ ਪਾਰਟੀਸਿਪੇਟ ਕਿਉਂ ਕਰਦੇ ਨੇ. ਇੱਦਾਂ ਕਿਉਂਕਿ ਉੱਥੇ ਜ਼ਿਆਦਾ ਵਧੀਆ ਬਣਾਉਂਦੇ ਨੇ ਜਾਂ ਪਾਰਟੀਸਿਪੇਟ ਤੇ ਕਰੇ ਨਹੀਂ. ਉਹ ਇਸ ਕਰਕੇ ਕਿਉਂਕਿ ਉਹ ਵੀ ਇੱਕ ਕੰਪੈਟੀਟਿਵ ਸਪੋਰਟ ਦੀ ਤਰ੍ਹਾਂ ਹੋ ਗਿਆ. ਜਿੱਥੇ ਕੰਪੀਟੀਸ਼ਨ ਹੋਏਗਾ ਨਾ ਉੱਥੇ ਬੰਦਿਆਂ ਦਾ ਰੁਝਾਨ ਹੁੰਦਾ ਹੀ ਹੈ. ਸੋ ਇਟ ਇਜ਼ ਨਾਟ ਜਸਟ ਡਿਸਪਲੇ, ਇਟਸ ਯੋਰ ਸਕਿੱਲਸ. ਕੰਪੀਟੀਸ਼ਨ ਹੈ, ਉਹਦੇ 'ਚ ਵੀ ਤੁਸੀਂ ਭੱਜ ਦੌੜ ਕਰਕੇ ਸਾਰਾ ਕੁਛ ਕਰਕੇ ਯੂ ਨੋ ਜਿੱਤਣਾ ਆ. ਸੋ ਇਹ ਸਪੋਰਟ ਦੀ ਤਰ੍ਹਾਂ ਬਣ ਗਿਆ. ਫੂਡ ਜਿਹੜੇ ਰਿਐਲਿਟੀ ਸ਼ੋਜ਼ ਨੇ ਇਹ ਸਪੋਰਟ ਦੀ ਤਰ੍ਹਾਂ ਹੋ ਗਏ. ਇੱਥੇ ਇਹਨਾਂ ਨੂੰ ਵਧੀਆ ਲੱਗਦਾ ਹੈ, ਪਰ ਵੈਨ ਇਟ ਕਮਸ ਟੂ ਹਾਊਸ ਇੱਥੇ ਸਪੋਰਟ ਨਹੀਂ ਨਾ ਹੋ ਰਹੀ, ਇੱਥੇ ਕੋਈ ਕੰਪੀਟੀਸ਼ਨ ਨਹੀਂ ਹੈਗਾ. ਇਸ ਕਰਕੇ ਥੋੜ੍ਹਾ ਜਿਹਾ ਰੁਝਾਨ ਜਿਹੜਾ ਹੈ ਹਜੇ ਵੀ ਕਿਚਨਸ 'ਚ ਘੱਟ ਹੈਗਾ. ਪਰ ਤੁਸੀਂ ਮੈਟਰੋ ਸਿਟੀਜ਼ 'ਚ ਚੱਲ ਜਾਓ ਜਸਪ੍ਰੀਤ, ਬਾਕੀ ਬੈਕ ਇਨ ਇੰਡੀਆ, ਅਤੇ ਮੈਨੂੰ ਯਾਦ ਹੈ ਵੀ ਉਸ ਟਾਈਮ 'ਤੇ ਵੀ ਹੁਣ ਪਾਰਟੀਸਿਪੇਸ਼ਨ ਅੱਛੀ ਖਾਸੀ ਹੋ ਗਈ ਹੈ, ਵਧੀਆ ਬਣਾਉਂਦੇ ਵੀ ਹੈ. ਐਂਡ ਇਟਸ ਨਾਟ ਜਸਟ ਲਿਮਿਟਡ ਟੂ ਚਾਹ, it's not limited to omelette, it's not limited to toast, it's proper full-fledged food. ਅੱਛਾ, ਇੱਕ ਹੋਰ ਸਟੱਡੀ ਆਈ ਸੀ ਕਿ ਬੰਦੇ ਜਿਹੜੇ ਆ ਉਹ ਨਾਨ ਵੈਜ ਬਹੁਤ ਵਧੀਆ ਕੁੱਕ ਕਰ ਸਕਦੇ ਐਜ਼ ਕੰਪੇਅਰ ਟੂ ਐਨੀ ਵੈਜੀਟੇਰੀਅਨ ਡਿਸ਼ਿਜ਼. ਜੇ ਤੁਸੀਂ ਆਪਣੇ ਆਫਿਸ ਵੀ ਦੇਖ ਲਓ, ਜਿੰਨੇ ਸਾਡੇ ਮੇਲ ਕਲੀਗਸ ਨੇ, ਇੱਥੇ ਬਲਜਿੰਦਰ ਭਾਜੀ ਨੇ ਸਾਡੇ ਸੌਫਟਵੇਅਰ ਇੰਚਾਰਜ ਨੇ, ਦੇਖਦੇ ਨੇ, he can cook amazing mutton. ਅਮਨਦੀਪ ਭਾਜੀ ਨੇ is looking after so many things. ਇਹਨਾਂ ਦੇ ਵੀ ਜਿਹੜੇ ਸਕਿੱਲਸ ਨੇ ਨਾ, it's non-veg ਭਾਰੂ, ਯੂ ਨੋ, ਦੇ ਕੈਨ ਕੁੱਕ ਗੁੱਡ ਨਾਨ ਵੈਜ. ਐਂਡ ਆਈ ਐਮ ਸ਼ੋਰ ਜਸਪ੍ਰੀਤ ਜਿਹੜੇ ਤੁਹਾਡੇ ਲਿਸਨਰਸ ਇਸ ਵੇਲੇ ਸੁਣਦੇ ਹੋਣੇ, ਉਹਨਾਂ 'ਚ ਬਹੁਤ ਇਹੋ ਜਿਹੇ ਹੋਣੇ ਜਿਹੜੇ ਇਸ ਚੀਜ਼ ਨਾਲ ਜ਼ਰੂਰ ਰਾਬਤਾ ਰੱਖਣਗੇ ਕਿ ਹਾਂ ਸਾਨੂੰ ਦਾਲ ਦੂਲ ਨਹੀਂ ਬਣਾਉਣੀ ਆਉਂਦੀ, ਪਰ ਮਟਨ, ਚਿਕਨ, ਲੈਮ ਅਸੀਂ ਬਹੁਤ ਵਧੀਆ ਕੁੱਕ ਕਰ ਲੈਂਦੇ ਹਾਂ. ਇੱਕ ਮੈਸੇਜ ਆਇਆ ਇਹਨਾਂ ਦਾ ਲਾਸਟ 4, ਆਕਾਸ਼ਦੀਪ ਹੈ ਇਹਨਾਂ ਦਾ ਨਾਮ, ਆਕਾਸ਼ਦੀਪ ਦੱਸ ਰਿਹਾ, ਉਹ ਕਹਿੰਦੇ ਕਿ ਮੈਂ 26 ਸਾਲਾਂ ਦਾ ਨੌਜਵਾਨ ਲੜਕਾ ਬੇਸਮੈਂਟ ਵਿੱਚ ਇਕੱਲਾ ਰਹਿ ਰਿਹਾ. ਕਹਿੰਦੇ ਮੈਂ ਘਰ ਵਿੱਚ ਰੋਜ਼ਾਨਾ 3 ਸਮੇਂ ਦਾ ਭੋਜਨ ਬਣਾ ਰਿਹਾ, ਪੂਰੇ ਸਮੇਂ ਦੀ ਨੌਕਰੀ ਕਰ ਰਿਹਾ. ਜੇਕਰ ਸਾਨੂੰ ਦਿਲਚਸਪੀ ਹੈ ਤਾਂ ਅਸੀਂ ਕੁਛ ਵੀ ਕਰ ਸਕਦੇ ਹਾਂ. ਜਦੋਂ ਕਿ ਕਹਿੰਦੇ ਮੈਂ ਮਿੱਠੇ ਪਕਵਾਨਾਂ ਨੂੰ ਵੀ ਜਾਣਦਾ, ਜਿਵੇਂ ਕਿ ਖੀਰ ਸੇਵੀਆਂ, ਇਹ ਵੀ ਬਣਾ ਲੈਂਦੇ ਆ. ਵੈਰੀ ਨਾਈਸ ਜੀ, ਇਹ ਤਾਂ ਮੈਨੂੰ ਨਹੀਂ ਆਉਂਦੀਆਂ. ਅਮਰਿੰਦਰ ਸਿੰਘ ਜੀ ਦਾ ਮੈਸੇਜ ਆਇਆ, ਉਹ ਕਹਿੰਦੇ ਕਿ ਮੋਸਟ ਆਫ ਦਾ ਸ਼ੈਫਸ ਜਿਹੜੇ 5 ਸਟਾਰ ਹੋਟਲਸ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜੇ ਸ਼ੈਫਸ ਹੁੰਦੇ ਆ ਉਹ ਮਰਦ ਹੀ ਹੁੰਦੇ ਨੇ. ਉਹਦਾ ਨਾ ਇੱਕ ਰੀਜ਼ਨ ਵੀ ਹੈ ਅਮਰਿੰਦਰ ਸਿੰਘ ਜੀ, ਜਿਹੜੀਆਂ ਰਿਸਰਚਸ ਵਗੈਰਾ ਹੋ ਰਹੀਆਂ ਨੇ ਉਹਦੇ ਆਧਾਰ 'ਤੇ, ਉਹ ਕਹਿੰਦੇ ਕਿ
ਜਦੋਂ ਪ੍ਰੋਫੈਸ਼ਨਲ ਕੁਕਿੰਗ, ਜਿਵੇਂ ਤੁਸੀਂ ਵੀ ਦੱਸ ਰਹੇ ਹੋ ਸੈਲੀਬ੍ਰਿਟੀ ਕੁਕਸ ਦੀ ਗੱਲ ਆਪਾਂ ਕਰ ਰਹੇ ਹਾਂ, ਉਹ ਕਹਿੰਦੇ ਉਹ ਨਾ ਕਿਚਨ ਨੂੰ ਆਪਣੀ, ਜਿਹਨੂੰ ਆਪਾਂ ਕਹਿੰਦੇ ਮੈਨਸ ਕੇਵ, ਉਹ ਬਣਾ ਲੈਂਦੇ ਆ। ਉਹ ਕਹਿੰਦੇ ਉਹਦੇ ਵਿੱਚ ਨਾ ਨਾਈਫ ਇਹੋ ਜਿਹੀ ਰੱਖੀ ਜਾਊਗੀ, ਉਹਦੇ 'ਚ ਕੁਕਿੰਗ ਦੀਆਂ ਯੂਟੈਂਸਿਲਸ ਇਹੋ ਜਿਹੀਆਂ ਰੱਖਣਗੇ ਕਿ ਉਹਨਾਂ ਨੂੰ ਏਦਾਂ ਲੱਗਦਾ ਵੀ ਇਹ ਸਾਡੀ ਇਕਵਿਪਮੈਂਟ ਆ, ਸਾਡੇ ਟੂਲਸ ਨੇ। ਮਾਚੋਇਜ਼ਮ, ਦੈਟ ਇਜ਼ ਵਾਟ ਵੀ ਸੇ। ਇਟ ਇਜ਼ ਨਾਟ, ਇਹਨਾਂ ਕੋਲ ਬੜੇ fancy tools नहीं होंगे, तो you won't see a spatula which is pink in color, है ना? You will see everything which is so manly, है ना? Everything that ways। ते नाले क्योंकि अमरिंदर जी ने गल की थी 2018 च गरिमा ने, उन्होंने गरिमा प्रसाद, she is the first Indian to get a Michelin star, right? उस तो बाद उस कैटेगरी च सारे बंदे ही ने, and जसप्रीत जिद्दां you rightly said, ਉਹ ਉਹਨਾਂ ਦਾ ਜਿਹੜਾ ਡੋਮੇਨ ਹੁੰਦਾ ਹੈ, ਔਰ ਕੁਕਿੰਗ ਸਟਾਈਲ ਆਲਸੋ, it's very manly. The way ਜਿੱਦਾਂ ਅੱਛਾ ਮੈਂ ਪੜ੍ਹਦੀ ਸੀ, the way they put the ingredients ਪਾਉਂਦੇ ਨੇ ਜਾਂ ਜਿੱਦਾਂ ਬਣਾਉਂਦੇ ਨੇ, it's very manly। ਨਾਲੇ ਘਰਾਂ 'ਚ ਵੀ ਜਦੋਂ ਬੰਦਾ ਕੁੱਕ ਕਰਦਾ ਹੈ, ਉਹ ਨਾਲ ਇੱਕ ਐਕਟੀਵਿਟੀ ਕਰ ਰਿਹਾ ਹੁੰਦਾ, ਕੋਈ ਗਾਣਾ ਕਰ ਰਿਹਾ ਹੋਏਗਾ, ਕੋਈ ਆਪਣੀ ਡਰਿੰਕ ਲੈ ਰਿਹਾ, ਕਿਸੇ ਨਾਲ ਗੱਲ ਕਰ ਰਿਹਾ। ਸੋ ਜਿੱਦਾਂ ਔਰਤ ਕੁੱਕ ਕਰਦੀ ਹੈ, ਹੁਣ ਤਾਂ ਭਾਜੜਾਂ ਪਈਆਂ ਹੁੰਦੀਆਂ, ਰੋਜ਼ ਇੱਥੇ ਦਾਲ ਰੱਖਦੀ, ਇੱਥੇ ਗੋਭੀ ਰੱਖਦੀ, ਇੱਥੇ ਆਹ ਕਰ ਲਈ। For her it is work, right? ਵੀ ਛੇਤੀ ਛੇਤੀ ਰੋਟੀ ਬਣਾਉਣੀ ਹੈ। ਇਹਨਾਂ ਲਈ ਇਹ ਲੇਜ਼ਰ ਐਕਟੀਵਿਟੀ ਹੈ। ਜੇ ਬਣਾਉਂਦੇ ਵੀ ਹੈ ਨਾ ਐਵਰੀ ਡੇ, ਇਟਸ ਨਾਟ ਲਾਈਕ ਦੇ ਵਿਲ ਹੈਵ ਸਵੈਟ ਐਂਡ ਐਵਰੀਥਿੰਗ। ਇਹ ਬੜਾ ਇੰਜੋਏ ਕਰਕੇ ਬਣਾਉਂਦੇ ਜਦੋਂ ਬਣਾਉਣੀ ਹੈ। ਪਰ ਉਹੀ ਹੈ ਨਾ, ਮੇਨ ਗੱਲ ਉੱਥੇ ਹੀ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਹੀ ਮੁਕਾ ਦਿੰਦੇ ਆ ਕਿ ਇਟ ਇਜ਼ ਅ ਨੀਡ ਬੇਸਡ ਸਕਿੱਲ। ਐਬਸੋਲੂਟਲੀ। ਔਰ ਹਰ ਬੰਦੇ ਨੂੰ ਇਹ ਆਉਣੀ ਚਾਹੀਦੀ ਹੈ। ਭੁੱਖ ਆਪਾਂ ਨੂੰ 3 ਟਾਈਮ ਲੱਗ ਜਾਣੀ ਆ ਦਿਨ 'ਚ, ਵੱਧ ਹੀ ਲੱਗ ਜਾਣੀ। ਉਹ ਜਿਹੜਾ ਭੁੱਖਾ ਢਿੱਡ ਹੈ, ਉਹਨੂੰ ਰਜਾਉਣ ਵਾਸਤੇ, ਉਹਨੂੰ ਖਾਣਾ ਦੇਣ ਵਾਸਤੇ ਕਿਸੇ ਹੋਰ ਤੇ ਡਿਪੈਂਡ ਨਾ ਕਰੀਏ। ਬਿਲਕੁਲ। ਉਹ ਸਕਿੱਲ ਸਾਡੇ ਕੋਲ ਆਪਣੇ ਕੋਲ ਹੋਣੀ ਚਾਹੀਦੀ ਹੈ। ਮੈਂ ਆਪਣੇ ਬੇਟੇ ਨੂੰ ਹਮੇਸ਼ਾ ਕਹਿੰਦੀ ਹੁੰਦੀ ਹਾਂ, ਮੈਂ ਕਿਹਾ ਪੁੱਤਰ ਕੁਕਿੰਗ ਸਿੱਖ ਲਾ, ਇਟਸ ਅ ਲਾਈਫ ਸਕਿੱਲ। ਯੂ ਸ਼ੁਡਨਟ ਬੀ ਡਿਪੈਂਡੈਂਟ ਔਨ ਸਮਬਡੀ ਐਲਸ ਟੂ ਗੈਟ ਫੈਡ। ਬਿਲਕੁਲ। ਖਾਣਾ ਖਾਣ ਵਾਸਤੇ ਕਿਸੇ ਹੋਰ ਤੇ ਡਿਪੈਂਡੈਂਸੀ, ਇਹ ਸਭ ਤੋਂ ਮਾੜੀ ਚੀਜ਼ ਹੈ। ਸੋ ਲਾਈਫ ਸਕਿੱਲ ਹੈ ਜੀ ਕੁਕਿੰਗ। ਜੇ ਘਰਾਂ ਦੇ ਵਿੱਚ ਕੱਲੀਆਂ ਲੇਡੀਜ਼ ਕਰ ਰਹੀਆਂ ਨੇ, ਕੁਕਿੰਗ ਕਰ ਰਹੀਆਂ ਨੇ, ਤਾਂ ਉਹਨਾਂ ਨੂੰ ਥੈਂਕ ਯੂ ਕਿਹਾ ਕਰੋ ਕਿ ਉਹ ਤੁਹਾਡੇ ਵਾਸਤੇ ਖਾਣਾ ਜੋ ਵੀ ਖਾਣਾ ਬਣਾ ਰਿਹਾ ਘਰ ਦੇ ਵਿੱਚ, ਉਹਨੂੰ ਥੈਂਕ ਕਰੋ। ਤੁਹਾਡੀ ਇੱਕ ਜ਼ਰੂਰਤ, ਹਰ ਰੋਜ਼ ਦੀ ਜ਼ਰੂਰਤ, ਹਰ ਘੰਟੇ ਬਾਅਦ ਦੀ ਜ਼ਰੂਰਤ ਨੂੰ ਪੂਰਾ ਕਰ ਰਿਹਾ। ਅਨਕਾਲਡ ਫॉर, ਮਤਲਬ ਅਸੀਂ ਉਹਦੇ ਦੀ ਕਦੀ ਵੀ ਗ੍ਰੈਟੀਟਿਊਡ ਨਹੀਂ ਦਿੰਦੇ। ਐਬਸੋਲੂਟਲੀ। ਜੈਸਮੀਨ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ।